ਡਾਕਟਰ ਦਲੀਪ ਕੌਰ ਟਿਵਾਣਾ ਦੀ ਪੁਸਤਕ ਇੱਕ ਕੁੜੀ ਦੀ ਪਹਿਲੀ ਕਹਾਣੀ ਸਤੀਆਂ ਸੇਈ। ਜਦੋਂ ਵੀਰ ਭਗਤ ਸਿੰਘ ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਰੋਵਣ ਵਾਲੀ ਨਾਰ ਨੂੰ ਕਿਸੇ ਪਿੰਡ 'ਚ ਦੱਸਿਆ ਜਾ। ਗੱਡੀ ਵਿੱਚ ਅੰਨਾ ਮੰਗਤਾ ਗਾ ਰਿਹਾ ਸੀ। ਫਿਰ ਮੈਂ ਮੰਗਤੇ ਦੇ ਮੂੰਹ ਵੱਲ ਤੱਕਿਆ, ਪਰ ਸਟੇਸ਼ਨ ਆ ਜਾਣ ਕਰਕੇ ਉਸ ਡੱਬੇ 'ਚ ਉਤਰ ਕੇ ਦੂਜੇ 'ਚ ਜਾ ਚੜਿਆ। ਪਰ ਮੈਨੂੰ ਮੁੜ ਖਿਆਲ ਆਉਣ ਲੱਗਾ ਕਿ ਜਦੋਂ ਕਿਸੇ ਨੇ ਇੱਕ ਪਿੰਡ 'ਚ ਜਾ ਕੇ ਦੱਸਿਆ ਹੋਣਾ ਹੈ ਕੀ ਗੁਜ਼ਰੀ ਹੋ ਭਗਤ ਸਿੰਘ ਦੀ ਮੰਗੇਤਰ ਦੇ ਦਿਲ ਤੇ। ਮੈਂ ਡੱਬੇ ਦੀ ਬਾਰੀ 'ਚੋਂ ਬਾਹਰ ਤੱਕਣ ਲੱਗੀ। ਇਉਂ ਲੱਗਦਾ ਸੀ ਜਿਵੇਂ ਸਾਹਮਣੇ ਖੇਤਾਂ ਚੁੱਗੀਆਂ ਫਸਲਾਂ ਤੇ ਦਰਖਤਾਂ ਦੀਆਂ ਕਤਾਰਾਂ ਨੱਠੀਆਂ ਜਾ ਰਹੀਆਂ। ਉਨੀ ਤੇਜ਼ੀ ਨਾਲ ਖਿਆਲ ਮੇਰੇ ਦਿਮਾਗ 'ਚ ਨੱਠਣ ਲੱਗੇ। ਮੇਰੀ ਕਲਪਨਾ ਦੂਰ ਦਿਸ ਹੱਦੇ ਤੋਂ ਵੀ ਦੂਰ ਪਿੰਡ ਦੇ ਇੱਕ ਕੱਚੇ ਕੋਠੇ 'ਚ ਬੈਠੀ ਚਰਖਾ ਕੱਤਦੀ ਇੱਕ ਸੁਨੱਖੀ ਇਸਤਰੀ ਨੂੰ ਲੱਭਣ ਲੱਗੀ। ਚੁੱਪਚਾਪ ਮੈਂ ਉਹਦੇ ਮੂੰਹ ਵੱਲ ਤੱਕਣ ਲੱਗੀ। ਕੀ ਆਨੀ ਏ? ਉਹ ਬੋਲੀ। ਤੂੰ ਕਿਵੇਂ ਉਮਰ ਗੁਜ਼ਾਰੀ? ਮੈਂ ਪੁੱਛਿਆ। ਮੈਨੂੰ ਉਹਦੀ ਇੱਜ਼ਤ ਦਾ ਪਾਸ ਸੀ। ਲੋਕਾਂ ਕਹਿਣਾ ਸੀ ਇਹ ਭਗਤ ਸਿੰਘ ਦੀ ਮੰਗੇਤਰ ਏ। ਮੈਂ ਕਿਵੇਂ ਸਾਹਸ ਛੱਡਦੀ। ਮਿਹਨਤ ਮਜ਼ਦੂਰੀ ਕੀਤੀ, ਲੋਕਾਂ ਦੀਆਂ ਕਪਾਹਾਂ ਚੁਗੀਆਂ, ਕੱਤਣਾ ਕੱਤਿਆ, ਪੀਣੇ ਪੀਠੇ, ਕੋਠੇ ਲਿੱਪੇ, ਘਾਹ ਖੋਤੇ ਤੇ ਡੰਗ ਟਪਾਇਆ। ਕਿਉਂ, ਤੇਰੇ ਮਾਪਿਆਂ ਨੂੰ ਤੇਰਾ ਖਿਆਲ ਨਹੀਂ ਸੀ? ਮੈਂ ਪੁੱਛਿਆ। ਕਿਹੜਾ ਸਾਲ 6 ਮਹੀਨੇ ਦੀ ਗੱਲ ਸੀ ਕਿ ਮੈਂ ਉਹਨਾਂ ਤੇ ਬੋਝ ਬਣੀ ਰਹਿੰਦੀ। ਇਹ ਤਾਂ ਉਮਰਾਂ ਦੇ ਮਾਮਲੇ ਸੀ। ਨਾਲੇ ਉਹਨੂੰ ਹੀ ਕੋਸਣਾ ਸੀ ਜਿਹੜਾ ਆਪਣੇ ਫਰਜ਼ਾਂ ਨੂੰ ਵਿੱਚ ਹੀ ਛੱਡ ਕੇ ਗਿਆ ਸੀ। ਤੇ ਤੂੰ ਸਰਕਾਰ ਕੋਲੋਂ ਮਦਦ ਮੰਗ ਲੈਣੀ ਸੀ। ਮੈਂ ਉਦਾਸ ਹੋ ਕੇ ਆਖਿਆ। ਮੈਂ ਉਹਦੀ ਮੰਗੇਤਰ ਹੋ ਕੇ ਕਿਸੇ ਅੱਗੇ ਹੱਥ ਅੱਡਦੀ? ਇਹ ਮੈਥੋਂ ਹੋ ਨਹੀਂ ਸੀ ਸਕਿਆ। ਉਹਦਾ ਸਿਦਕ, ਉਹਦਾ ਸਾਹਸ, ਉਹਦਾ ਸਿਰੜ ਵੇਖ ਮੇਰਾ ਦਿਲ ਕਰੇ ਇਸ ਮਹਾਨ ਔਰਤ ਦੇ ਪੈਰ ਛੂ ਲਵਾਂ। ਉਮਰਾਂ ਦੇ ਛਿੱਲੜ ਲਾ ਉਹ ਭਰ ਜਵਾਨ ਕੁੜੇ ਬਣ ਮੇਰੀ ਯਾਦ 'ਚ ਉਗੜ ਖੜੋਤੀ। ਸੁਣਿਆ ਉਹਦੇ ਪਿੰਡ ਦੀ ਯਾਦ ਮਨਾ ਰਹੇ ਨੇ, ਤੂੰ ਜਾਏਂਗੀ? ਮੈਂ ਪੁੱਛਿਆ। ਮੈਂ ਉਹਦੇ ਪਿੰਡ ਭਲਾ ਕਿਵੇਂ ਜਾ ਸਕਦੀ ਹਾਂ? ਉਹਨੇ ਵੱਜਦੇ ਵਾਜਿਆਂ ਨਾਲ ਸਿਰੇ ਬੰਨ੍ਹ ਕੇ ਮੈਨੂੰ ਲੈਣ ਆਉਣਾ ਸੀ। ਉਹ ਆਇਆ ਨਹੀਂ, ਫਿਰ ਮੈਂ ਕਿਵੇਂ ਜਾ ਸਕਦੀ ਹਾਂ? ਇਹ ਤੇ ਬੜੀ ਪੁਰਾਣੀ ਗੱਲ ਹੋ ਗਈ ਏ, ਮੈਂ ਆਖਿਆ। ਤੈਨੂੰ ਪੁਰਾਣੀ ਲੱਗਦੀ ਹੋ, ਮੈਨੂੰ ਤਾਂ ਇਉਂ ਲੱਗਦੀ ਹੈ ਜਿਵੇਂ ਹਾਲੇ ਕੱਲ੍ਹ ਦੀ ਗੱਲ ਹੋਵੇ। ਜਦੋਂ ਇੱਕ ਦਿਨ ਦੀਵੇ ਮਿਲਦਿਆਂ ਨਾਲ ਉਹ ਸਾਡੇ ਪਿੰਡ ਆਇਆ ਸੀ। ਬਾਹਰ ਖੂਹ ਤੇ ਖਲੋ ਇੱਕ ਨਿਆਣੇ ਹੱਥ ਮੈਨੂੰ ਸੁਨੇਹਾ ਭੇਜ ਦਿੱਤਾ। ਮੈਂ ਝਿਜਕਦੀ ਸਭ ਤੋਂ ਚੋਰੀ ਉੱਥੇ ਆ ਗਈ। ਬੋਲਿਆ, ਤੂੰ ਫਿਕਰ ਨਾ ਕਰੀ, ਅਜੇ ਮੈਨੂੰ ਜ਼ਰੂਰੀ ਕੰਮ ਨੇ। ਜਦੋਂ ਵਿਆਹ ਕੀਤਾ ਤੇਰੇ ਨਾਲ ਹੀ ਕਰੂੰਗਾ। ਮੈਂ ਛੇਤੀ ਆਵਾਂਗਾ। ਉਹ ਚਲਿਆ ਗਿਆ ਤੇ ਮੁੜ ਅਜੇ ਤੱਕ ਨਹੀਂ ਆਇਆ। ਉਸ ਵੇਲੇ ਮੈਨੂੰ ਇੱਕ ਰੂਸੀ ਗੀਤ ਯਾਦ ਆਇਆ ਕਿ ਸਾਡਾ ਘਰ ਸੱਜਣੀਏ ਏਡੀ ਦੂਰ ਤਾਂ ਨਹੀਂ ਸੀ ਕਿ ਉਮਰ ਭਰ ਫੇਰਾ ਨਾ ਪਾਇਆ। ਇਹਨਾਂ ਲਫ਼ਜ਼ਾਂ ਦੀ ਤੜਪ ਉਹਦੇ ਮੂੰਹ ਤੋਂ ਲੱਭਦੀ ਸੀ, ਜਿਹੜੀ ਜ਼ਿੰਦਗੀ ਭਰ ਉਹਨੂੰ ਉਡੀਕਦੀ ਰਹੀ, ਜਿਹਨੇ ਮੁੜ ਕਦੇ ਫੇਰਾ ਨਾ ਪਾਇਆ। ਤੂੰ ਇਹਨਾਂ ਪੀੜਾਂ ਦੀ ਸਾਰ ਕੀ ਜਾਣੇ? ਉਹ ਅੱਖਾਂ ਭਰ ਕੇ ਬੋਲੀ। ਦੋ ਹੰਝੂ ਵਹਿ ਤੁਰੇ। ਮੈਨੂੰ ਲੱਗਿਆ ਜਿਵੇਂ ਉਹ ਕਹਿ ਰਹੀ ਹੋਵੇ, ਇਹ ਕਹੀ ਵੇ ਧਰਤ ਕੰਡਿਆਲੀ, ਇਹ ਕਹੇ ਵੇ ਜੀਵਨ ਦੇ ਬਰੇਤੇ, ਮੇਰੇ ਸਾਹ ਸੁੱਕਦੇ ਜਾ ਰਹੇ ਨੇ। ਰੱਬ ਤੈਨੂੰ ਲੰਮੀ ਉਮਰ ਬਖਸ਼ੇ। ਉਹਦੇ ਕੁਮਲਾਏ ਮੂੰਹ ਵੱਲ ਤੱਕ ਕੇ ਮੈਂ ਆਖਿਆ। ਉਹ ਇਉਂ ਤਰਬ ਕੇ ਜਿਵੇਂ ਮੈਂ ਉਹਦੇ ਚਪੇੜ ਕੱਢ ਮਾਰੀ ਹੋਵੇ। ਫਿਰ ਕਰੁਣਾ ਭਰੀ ਆਵਾਜ਼ 'ਚ ਕਹਿਣ ਲੱਗੀ, ਮੇਰੀ ਹਮਦਰਦਣੇ, ਲੰਮੀ ਉਮਰ ਲਈ ਮੇਰੀ ਚਾਹ ਨਹੀਂ, ਉਮਰ ਦੇ ਤਾਂ ਇਹ ਦਿਨ ਵੀ ਨਹੀਂ ਮੁੱਕਦੇ ਪਏ। ਉਹਦੀ ਉਦਾਸੀ ਮੇਰੇ ਕੋਲੋਂ ਦੇਖੀ ਨਾ ਗਈ। ਗੱਲ ਬਦਲਣ ਲਈ ਮੈਂ ਆਖਿਆ, ਤੂੰ ਮੇਰੇ ਨਾਲ ਸ਼ਹਿਰ ਚੱਲ, ਮੇਰੀ ਭੈਣ ਦਾ ਵਿਆਹ ਹੈ, 2-4 ਦਿਨ ਸੋਹਣੇ ਲੰਘ ਜਾਣਗੇ। ਨਹੀਂ, ਮੈਂ ਵਿਆਹ ਨਹੀਂ ਜਾ ਸਕਦੀ, ਉਹ ਬੋਲੀ। ਕਿਉਂ? ਮੈਂ ਪੁੱਛਿਆ। ਖੁਸ਼ੀਆਂ ਦੇ ਮੌਕੇ ਮੇਰੇ ਕੋਲੋਂ ਝੱਲੇ ਨਹੀਂ ਜਾਂਦੇ। ਅਜਿਹੇ ਮੌਕਿਆਂ ਤੇ ਮੈਂ ਬੜੀ ਥੱਕ ਜਾਂਦੀ ਹਾਂ। ਮੇਰੇ ਕੋਲੋਂ ਆਪਣੇ ਗਮ ਹੁਣ ਘੜੀ ਪਲ ਲਈ ਵੀ ਦੂਰ ਨਹੀਂ ਕੀਤੇ ਜਾਂਦੇ। ਮੈਨੂੰ ਇਹਨਾਂ ਦੇ ਨਾਲ ਰਹਿਣ ਦੀ ਆਦਤ ਪੈ ਗਈ ਹੈ। ਇੱਕ ਗੱਲ ਦੱਸੇਂਗੀ? ਉਹਨੇ ਆਸ ਨਾਲ ਮੇਰੇ ਵੱਲ ਤੱਕਿਆ। ਹਾਂ ਪੁੱਛ, ਮੈਂ ਆਖਿਆ। ਕੀ ਸੱਚੇ ਮੁੱਚੀ ਕੋਈ ਅਗਲਾ ਜਨਮ ਵੀ ਹੁੰਦਾ? ਵਿਚਾਰੀ ਮੇਰੇ ਦਿਲ ਨੇ ਆਖਿਆ। ਹਾਂ ਜ਼ਰੂਰ ਹੁੰਦਾ, ਮੈਂ ਕਹਿ ਦਿੱਤਾ। ਇਹ ਸੁਣ ਉਹਦੀਆਂ ਅੱਖਾਂ 'ਚ ਇੱਕ ਚਮਕ ਆਈ ਤੇ ਉਹ ਮੁਸਕਰਾ ਪਈ। ਕੀ ਅਜੇ ਤੱਕ ਵੀ ਉਹ ਤੈਨੂੰ ਯਾਦ ਏ? ਮੈਂ ਪੁੱਛਿਆ। ਹਾਂ, ਹਰ ਘੜੀ ਹਰ ਪਲ ਉਹ ਮੈਨੂੰ ਯਾਦ ਰਹਿੰਦਾ। ਕਦੇ ਤਾਂ ਬੜਾ ਮਨ ਕਰਦਾ ਹੈ ਕੋਈ ਆ ਕੇ ਆਖੇ, ਨਹੀਂ ਉਹ ਮਰਿਆ ਨਹੀਂ, ਉਹਨੂੰ ਫਾਂਸੀ ਨਹੀਂ ਦਿੱਤੀ ਗਈ, ਉਹ ਜਿਉਂਦਾ ਹੈ। ਕਦੀ ਸੋਚਦੀਆਂ ਜੇ ਕਿਧਰੋਂ ਸੱਚੀ ਮੁੱਚੀ ਮੁੜ ਆਵੇ, ਮੈਂ ਉਹਨੂੰ ਆਖਾਂ, ਕਹੋ ਵੇ ਨਾ ਤਕਦੀਰਾਂ ਨੂੰ ਇਉਂ ਨਾ ਦੂਰ ਖਲੋਣ।
ਮੈਂ ਵੀ ਕਿਸੇ ਦੀ ਧੀ ਵੇ, ਮੈਂ ਵੀ ਕਿਸੇ ਦੀ ਭੈਣ, ਪਰ ਹੁਣ ਇਹਨਾਂ ਤਕਦੀਰਾਂ ਕੋਲ ਮੇਰੇ ਜੋਗਾ ਹੈ ਕੀ ਏ? ਉਹ ਉਦਾਸ ਹੋ ਕੇ ਬੋਲੀ। ਹੁਣ ਤਾਂ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਨੇ। ਦੇਖ ਦੇਸ਼ ਕਿਵੇਂ ਤਰੱਕੀ ਵੱਲ ਜਾ ਰਿਹਾ, ਤੂੰ ਵੀ ਕੋਈ ਹਿੱਸਾ ਪਾ। ਵੇਖ ਨਵਾਂ ਵਰ੍ਹਾ ਆਇਆ, ਕੋਈ ਨਵਾਂ ਕਦਮ ਚੁੱਕ। ਮੈਂ ਆਖਿਆ। ਉਹਦਾ ਮੂੰਹ ਹਿੱਸ ਗਿਆ ਤੇ ਚੁੱਪਚਾਪ ਮੇਰੇ ਵੱਲ ਤੱਕਣ ਲੱਗੀ, ਜਿਵੇਂ ਕਹਿੰਦੀ ਹੋਵੇ ਪਿਛਲਾ ਵਰ੍ਹਾ ਰੋ ਕੇ ਟੁਰ ਚੱਲਿਆ, ਅਗਲਾ ਵੀ ਖੜਾ ਉਦਾਸ। ਕਿਹੜੇ ਵੇ ਮਨ, ਕਿਹੜੇ ਵੇ ਮੁਨੀ ਸਰਾਪਿਆ, ਤੂੰ ਮੁੜ ਨਾ ਪੁੱਛੀ ਬਾਤ। ਤੂੰ ਕੀ ਸੋਚ ਰਹੀ ਹੈ? ਮੈਂ ਪੁੱਛਿਆ। ਉਹਨੇ ਇੱਕ ਹੌਕਾ ਭਰਿਆ, ਜਿਵੇਂ ਕਹਿੰਦੀ ਹੋਵੇ ਰਾਤ ਦੀ ਰਾਣੀ ਮੈਨੂੰ ਪੁੱਛਦੀ, ਕਿੱਥੇ ਤਾਂ ਗਈਆਂ ਨੀ ਤੇਰੀਆਂ ਨੀਂਦਰਾਂ, ਦਿਓਂ ਵੇ ਉਲਾਂਭੇ ਦਿੰਦਾ, ਕਿੱਥੇ ਤੱਕ ਹੋਈਆਂ ਤੇਰੀਆਂ ਸੁਰਤਾਂ। ਮੈਂ ਮੁੜ ਮੁੜ ਤੈਥੋਂ ਪੁੱਛਦੀ, ਕੌਣ ਭਰੂਵੇ ਮੇਰੀ ਕਹਾਣੀ ਦਾ ਹੁੰਗਾਰਾ, ਕੌਣ ਬਣੂਵੇ ਮੇਰੇ ਦੁੱਖਾਂ ਦਾ ਸੀਰੀ। ਮੈਂ ਉਹਦੇ ਮੂੰਹ ਵੱਲ ਤੱਕਿਆ। ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਇਸ ਕਥਨ ਅੱਗੇ ਮੈਂ ਸਿਰ ਝੁਕਾ ਦਿੱਤਾ। ਉਹਦੀ ਟੁੱਟੀ ਹੋਈ ਜੁੱਤੀ ਤੇ ਮੇਰੀ ਨਜ਼ਰ ਪੈ ਗਈ। ਮੈਂ ਧਿਆਨ ਨਾਲ ਦੇਖਿਆ, ਉਹਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਸਨ। ਮੈਨੂੰ ਧੱਕਾ ਲੱਗਾ। ਤੂੰ ਉਹਨੂੰ ਵੇਖਿਆ ਸੀ? ਉਹ ਅਜੇ ਵੀ ਉਹਦੇ ਬਾਰੇ ਹੀ ਸੋਚ ਰਿਹਾ ਸੀ। ਨਹੀਂ, ਮੈਂ ਆਖਿਆ। ਉਹ ਬੜਾ ਸੋਹਣਾ ਸੀ, ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਪ੍ਰਾਹੁਣਿਆਂ ਨਾਲੋਂ ਸੋਹਣਾ। ਤੇ ਅੱਗੋਂ ਦਾ ਗਲਾ ਭਰ ਆਇਆ ਤੇ ਫਿਰ ਜਿਵੇਂ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ। ਆਉਂਦੇ ਜਾਂਦੇ ਰਾਹੀਆਂ ਦੇ ਮੈਂ ਮੂੰਹ ਵੱਲ ਤੱਕਦੀ, ਕੋਈ ਕਰੇ ਵੇ ਤੇਰੀ ਗੱਲ। ਮੈਂ ਕੰਨਿਆਂ ਕੁਆਰੀ ਖੜੀ ਉਡੀਕਦੀ, ਵੇ ਕਦੇ ਤਾਂ ਸੁਨੇਹਾ ਘੱਲ। ਕੀ ਸੋਚ ਰਹੀ ਹੈ ਸੋਹਣੀਏ? ਮੈਂ ਪੁੱਛਿਆ। ਉਹ ਆਪਣੇ ਹੱਥਾਂ ਦੀਆਂ ਲਕੀਰਾਂ ਵੱਲ ਧਿਆਨ ਨਾਲ ਤੱਕਣ ਲੱਗੀ, ਜਿਵੇਂ ਕਹਿ ਰਹੀ ਹੋਵੇ ਮਾਂ ਆਪਣੀ ਨੂੰ ਮੈਂ ਪੁੱਛਦੀ, ਧੀ ਦੇ ਕਹੇ ਲੇਖ ਲਿਖਾਏ। ਮੈਂ ਉਹਦੇ ਵੱਲ ਤੱਕਦੀ ਰਹੀ। ਇੱਕ ਲਾਟ ਬਲਦੀ ਸੀ ਉਹਦੀਆਂ ਨਜ਼ਰਾਂ 'ਚ, ਇੱਕ ਕਹਿਰ ਸੀ ਉਹਦੀ ਤੱਕਣੀ 'ਚ। ਮੈਨੂੰ ਲੱਗਿਆ ਜਿਵੇਂ ਉਹ ਇੱਕ ਨਾਗਣ ਬਣ ਕੇ ਫੁੰਕਾਰ ਰਹੀ ਹੋਵੇ, ਭਗਤ ਸਿੰਘ ਦੇ ਕਾਤਲਾਂ ਨੂੰ ਜਿਵੇਂ ਹੁਣੇ ਡੱਸ ਲੈਣਾ ਲੋਚਦੀ ਹੋਵੇ, ਜਿਵੇਂ ਸਭ ਕੁਝ ਭੰਨ ਤੋੜ ਮਸਲ ਦੇਣਾ ਚਾਹੁੰਦੀ ਹੋਵੇ। ਫਿਰ ਉਹਨੇ ਪਲਕਾਂ ਝੁਕਾ ਲਈਆਂ, ਜਿਵੇਂ ਕਹਿੰਦੀ ਹੋਵੇ ਮੈਂ ਭਲਾ ਕੀ ਕਰ ਸਕਦੀ ਹਾਂ। ਤੂੰ ਨਿਰਾਸ਼ ਨਾ ਹੋ, ਭਗਤ ਸਿੰਘ ਸਿਰਫ ਤੇਰਾ ਹੀ ਨਹੀਂ ਸੀ, ਉਹ ਸਾਡਾ ਸਾਰਿਆਂ ਦਾ ਸੀ। ਉਹਦੀ ਮੌਤ ਦਾ ਦੁੱਖ ਤੈਨੂੰ ਹੀ ਨਹੀਂ, ਸਾਰੇ ਦੇਸ਼ ਨੂੰ ਹੈ। ਅਸੀਂ ਉਹਨੂੰ ਭੁੱਲੇ ਨਹੀਂ, ਸਾਨੂੰ ਤੂੰ ਵੀ ਯਾਦ ਹੈ। ਇਹ ਸੁਣ ਉਹਦੀਆਂ ਅੱਖਾਂ ਭਰ ਆਈਆਂ ਤੇ ਹੰਝੂ ਕੇਰੋ ਮੇਰੀ ਕਲਪਨਾ 'ਚੋਂ ਮੁੜ ਚੱਲੀ। ਮੈਨੂੰ ਲੱਗਿਆ ਧਰਤ ਅੰਬਰ ਵੀ ਸੋਚਦੇ ਕੀ ਦੇਣ ਤਸੱਲੀ। ਇਹਨਾਂ ਨੂੰ ਇੱਕ ਝੂਟੇ ਨਾਲ ਗੱਡੀ ਸਟੇਸ਼ਨ ਉੱਤੇ ਆ ਖੜੀ ਹੋਈ। ਉਹ ਮੰਗਤਾ ਫਿਰ ਡੱਬੇ ਅੱਗੋਂ ਦੀ ਗਾਉਂਦਾ ਜਾ ਰਿਹਾ ਸੀ। ਜਦੋਂ ਵੀਰ ਭਗਤ ਸਿੰਘ ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ, ਉਹਦੀ ਹੋਵਣ ਵਾਲੀ ਨਾਰ ਨੂੰ ਕਿਸੇ ਪਿੰਡ 'ਚ ਦੱਸਿਆ ਜਾ। ਧੰਨਵਾਦ। ਅਗਲੀ ਕਹਾਣੀ ਹੈ ਬੱਸ ਕੰਡਕਟਰ। ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਏ, ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਰ ਨੂੰ ਪਰਤ ਆਉਂਦੀ। ਬੱਸਾਂ ਦੀ ਖੜਖੜ, ਗਰਮੀ, ਪਸੀਨਾ, ਭੀੜ ਤੇ ਕੰਡਕਟਰਾਂ ਦੀਆਂ ਬੇਹੁਦਾ ਹਰਕਤਾਂ, ਅਸਭਿਆ ਬੋਲਾਂ ਤੋਂ ਉਹਦਾ ਡਾਢਾ ਜੀ ਕਾਲਾ ਪੈਂਦਾ। ਪਰ ਕੁਝ ਦਿਨਾਂ ਦੀ ਤਾਂ ਗੱਲ ਏ, ਸੋਚ ਉਹ ਸਭ ਕੁਝ ਜਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ, ਉਹ ਥੋੜੀ ਸੌਖੀ ਰਹਿੰਦੀ, ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿਸਦਾ ਸੀ। ਇਹ ਬੈਗ ਵਾਲੀ ਕੁੜੀ ਕਾਸੇ 'ਚ ਨੌਕਰ ਏ। ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁੱਛਿਆ, ਆਹੋ ਜੀ ਡਾਕਟਰ ਨਹੀਂ ਹੈ, ਵੱਡੀ ਡਾਕਟਰ ਨਹੀਂ, ਆਂਦੇ ਨੇ ਪੂਰਾ 300 ਰੁਪਈਆ ਤਨਖਾਹ ਲੈਂਦੀ ਹੈ। ਜੀਤ ਨੇ ਟਿਕਟ ਫੜਾਉਂਦਿਆਂ ਹੌਲੀ ਜੀ ਦੱਸਿਆ, ਜੀ ਅੱਜ ਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ, ਤਦੇ ਤਾਂ ਆਦਮੀਆਂ ਦਾ ਰੋਹਬ ਨਹੀਂ ਰਿਹਾ। ਨਾਲ ਦੀ ਸੀਟ ਤੇ ਬੈਠੇ ਅਧਖੜ ਜੇ ਬੰਦੇ ਨੇ ਆਖਿਆ, ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀਆਂ ਸਾਹਮਣੇ ਅੱਖ ਚੁੱਕਦੀਆਂ ਨੇ। ਤੇ ਆਹ ਕੁੜੀ ਡਾਕਟਰ ਨਹੀਂ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਣਾ, ਦੇਖੀ ਹੈ। ਸੌਰੀ ਤੇ ਜਾਣੀ ਮੂੰਹ 'ਚ ਬੋਲ ਨਹੀਂ। ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ਤੇ ਬੈਠੇ ਇੱਕ ਸਰਦਾਰ ਨੇ ਆਖਿਆ, ਯਾ ਰੱਬ, ਸਾਡੀ ਵੀ ਕਿਸੇ ਫਿਕਰਾ ਵਿੱਚ ਹੀ ਰਹਿ ਗਿਆ। ਜਦੋਂ ਟਿਕਟ ਫੜਾਉਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੌਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, ਕਿਉਂ ਬਈ, ਜਾਣ ਦੀ ਸਲਾਹ ਹੈ ਕਿ ਲਾਦਿਆਂ ਹੁਣੇ ਹੀ ਪੁੰਜੇ? ਮੈਂ ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਹੋ। ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤੇ ਅੱਗੋਂ 10 ਦਾ ਨੋਟ ਕੱਢ ਕੇ ਦੇਣ ਲੱਗੀ। ਭਾਣ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ ਦੇ ਦੇਣਾ, ਆਖੋ ਅਗਾਂਹ ਲੰਘ ਗਿਆ। ਅੱਗੋਂ ਇੱਕ ਬੁੱਢੀ ਨੇ ਹੋਰ 10 ਦਾ ਨੋਟ ਹੀ ਕੱਢਿਆ। ਮਾਈ ਟੁੱਟੇ ਹੋਏ ਨਹੀਂ ਮੇਰੇ ਕੋਲ, 10.5 ਆਨੇ ਸਾਰੇ ਭਾੜੇ ਦੇ ਹੁੰਦੇ ਨੇ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਹੋ।
ਚੰਗਾ ਜਾ ਪੈਸੇ ਬਣਾ ਲਿਆ ਉਤਰ ਕੇ, ਜੀਤ ਨੇ ਜ਼ਰਾ ਸਖਤ ਆਵਾਜ਼ ਨਾਲ ਆਖਿਆ। ਵੇ ਪੁੱਤਾ, ਇੰਨੇ ਨੂੰ ਬੱਸ ਨਾ ਤੁਰ ਜਾਏ, ਮੈਂ ਤਾਂ ਜ਼ਰੂਰੀ ਜਾਣਾ, ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇ, ਬੁੱਢੀ ਨੇ ਤਰਲੇ ਨਾਲ ਆਖਿਆ। ਅੱਛਾ ਮਾਈ ਬਹਿ ਜਾ, ਆਖੋ ਟਿਕਟ ਕੱਟਣ ਲੱਗ ਪਿਆ। ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ। ਯਾਰ ਅੱਜ ਇੱਧਰ ਦੀ ਚੱਲੋ, ਨੀਲਾ ਭਵਨ ਕੰਨੀ ਦੀ, ਜੀਤ ਨੇ ਡਰਾਈਵਰ ਨੂੰ ਆਖਿਆ। ਗੁਰਦੁਆਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜਰਾ ਕੁ ਬੁੜਬੁੜਾਈਆਂ, ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੂਲ ਸਿਨੇਮਾ ਕੋਲ ਕੰਡਕਟਰ ਨੇ ਘੰਟੀ ਕਰਕੇ ਬੱਸ ਰੋਕ ਲਈ ਤੇ ਤਾਕੀ ਖੋਲਦਿਆਂ ਪਾਲੀ ਨੂੰ ਆਖਣ ਲੱਗਾ, ਤੁਸੀਂ ਇੱਥੇ ਉਤਰ ਜਾਓ, ਹਸਪਤਾਲ ਨੇੜੇ ਰਹੂਗਾ। ਪਾਲੀ ਕਾਹਲੀ ਨਾਲ ਉਤਰ ਗਈ। ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ਵਿਚਾਰਾ ਬੜਾ ਚੰਗਾ ਕੰਡਕਟਰ ਏ, ਉਹਨੂੰ ਇੱਕ ਵਾਰੀ ਖਿਆਲ ਆਇਆ। ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆ ਜਦੋਂ ਸਟੇਸ਼ਨ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਜੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਅਵਾਰਾ ਫਿਲਮ ਦਾ ਗਾਣਾ ਗੁਣਗੁਣਾਉਂਦਾ 2-3 ਵਾਰੀ ਉਹਦੇ ਅੱਗੋਂ ਦੀ ਲੰਘਿਆ। ਇੱਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਇਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸੀ। ਅਗਲੇ ਦਿਨ ਫੇਰ ਚਾਂਸ ਅਜਿਹਾ ਹੋਇਆ ਕਿ ਜਦੋਂ ਨਾਭੇ ਅੱਡੇ ਤੋਂ ਪਹੁੰਚੀ, ਬੱਸ ਭਰ ਚੁੱਕੀ ਸੀ। ਬਿਨਾਂ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ। ਜੀਤ ਇੱਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ਤੁਸੀਂ ਅਗਲੀ ਸੀਟ ਤੇ ਝੋਲਾ ਚੁੱਕ ਕੇ ਬੈਠ ਜਾਓ, ਤੁਹਾਡੀ ਖਾਤਰ ਸੀਟ ਰੱਖੀ ਪਈ ਹੈ। ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ। ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਹੈ, ਪਾਲੀ ਨੂੰ ਦਿਲ 'ਚ ਇੱਕ ਵਾਰੀ ਫੇਰ ਖਿਆਲ ਆਇਆ। ਬਦਲੀ ਮੁੜ ਨਾਭੇ ਦੀ ਕਰਾਉਣ 'ਚ ਜਿਉਂ-ਜਿਉਂ ਦੇਰ ਹੋ ਰਹੀ ਸੀ, ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜ-ਖੜ, ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ, ਉਹਦੇ ਵਧੀਆ ਕੱਪੜੇ ਵੱਟੋ-ਵੱਟ ਹੋ ਜਾਂਦੇ। ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੂ ਉਹਦਾ ਸਿਰ ਚਕਰਾਉਣ ਲਾ ਦਿੰਦੀ। ਫਿਰ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ, ਨਹੀਂ ਬੀਬੀ ਜੀ ਰਹਿਣ ਦਿਓ, ਆਖ ਜੀਤ ਗਾਹ ਲੰਘ ਗਿਆ। ਨਹੀਂ ਬਈ ਪੈਸੇ ਲੈ ਲੈ, ਪਾਲੀ ਨੇ ਜ਼ੋਰ ਲਾਇਆ। ਕੀ ਫਰਕ ਪੈ ਚੱਲਿਆ, ਆਖੋ ਹੋਰ ਗਾਹ ਹੋ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ। ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਚੁੱਪ ਕਰਕੇ ਬੈਠ ਗਈ, ਪਰ ਸਾਰੇ ਰਾਹ ਹੈਰਾਨ ਹੁੰਦੀ ਰਹੀ। ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ? ਉਹਨੂੰ ਇਹ ਵੀ ਚੰਗਾ ਨਾ ਲੱਗਿਆ। 300 ਰੁਪਈਆ ਕਮਾਉਣ ਵਾਲੀ 10.5 ਆਨੇ ਭਲਾ ਕੀ ਮਾਇਨੇ ਰੱਖਦੇ ਆ। ਅਗਲੇ ਦਿਨ ਉਹ ਜਾਣ ਕੇ 5 ਮਿੰਟ ਦੇਰ ਨਾਲ ਗਈ। ਉਹਨੇ ਸੋਚਿਆ ਅੱਜ ਪੀਪਲ ਬੱਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ਤੇ ਜਾਵਾਂਗੀ। ਕੀ ਫਜ਼ੂਲ ਗੱਲ ਹੈ ਕਿ ਪੈਸੇ ਹੀ ਨਾ ਲਏ ਜਾਣ। ਪਰ ਉਹ ਦੇਖ ਕੇ ਹੈਰਾਨ ਹੋਈ। ਡਰਾਈਵਰ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ, ਓਏ ਆਉਂਦਾ ਹੁਣ, ਕਿਉਂ ਭੈਰਮੀ ਵੱਡੀ ਆ, ਐਡੀ ਛੇਤੀ ਜਾਣੀ ਮੀਂਹ ਆਉਂਦਾ ਹੈ। ਜੀਤ ਨੇ ਹੌਲੀ-ਹੌਲੀ ਆਉਂਦਿਆਂ ਆਖਿਆ। ਅੱਗੇ ਪਹੁੰਚਣਾ ਕਿ ਨਹੀਂ? ਮੜਕਾ ਨਾਲ ਹੀ ਆਉਣਾ, ਡਰਾਈਵਰ ਬੋਲਿਆ। ਚਲੋ ਬੀਬੀ ਜੀ ਬੈਠੋ ਅਗਲੀ ਸੀਟ ਤੇ, ਤਾਕੀ ਖੋਲਦਿਆਂ ਪਾਲੀ ਨੇ ਉਹਨੂੰ ਆਖਿਆ। ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ? ਪਿੱਛੇ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰਕ ਹੌਲੀ ਜੀ ਬੋਲਿਆ। ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ, ਪਰ ਉਹਦੇ ਬਾਰ-ਬਾਰ ਆਖਣ ਤੇ ਵੀ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ਇਸ ਬੇਈਮਾਨੀ ਵਿੱਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ, ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ। ਖੈਰ ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ। ਉਹ ਸੋਚ ਹੀ ਰਹੀ ਸੀ ਕਿ ਬਸ ਖੜੀ ਕਰ ਇੱਕ ਚੱਕਰ ਚੜ ਪਿਆ। ਲੋਕਾਂ ਦੀਆਂ ਉਹਦੇ ਜਦੋਂ ਟਿਕਟਾਂ ਵੇਖ ਰਿਹਾ ਸੀ ਤਾਂ ਪਾਲੀ ਤ੍ਰੇਲੀ ਹੋ ਗਈ। ਕਿੱਡੀ ਸ਼ਰਮ ਦੀ ਗੱਲ ਹੈ, ਮੇਰੇ ਕੋਲ ਟਿਕਟ ਹੀ ਨਹੀਂ, ਮੈਂ ਆਖ ਦਿਆਂਗੀ ਕੰਡਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ। ਉਹਨੇ ਸੋਚਿਆ ਪਰ ਵਿਚਾਰਾ ਫਸੇਗਾ, ਨਹੀਂ ਕਹਿ ਦਿਆਂਗੀ ਮੈਂ ਲੈਣਾ ਭੁੱਲ ਗਈ। ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ। ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ। ਇਹਨੇ ਨੂੰ ਚੱਕਰ ਉਹਦੇ ਕੋਲ ਆ ਗਿਆ। ਜੀ ਟਿਕਟ? ਉਹਨੇ ਆਖਿਆ ਹੀ ਸੀ। ਜੀਤ ਨੇ ਆਪਣੀ ਜੇਬ ਚੋਂ ਟਿਕਟ ਕੱਢ ਕੇ ਕਿਹਾ, ਇਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ। ਟਿਕਟ ਦੇਖ ਕੇ ਚੱਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ 'ਚ ਮੁਸਕਰਾਇਆ। ਜੀਤ ਲੋਹਾ ਲਾਖਾ ਹੋ ਗਿਆ। ਚੱਕਰ ਛੇਤੀ ਨਾਲ ਉਸ ਬੱਸ 'ਚ ਉਤਰ ਗਿਆ। ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ, 60 ਰੁਪਇਆਂ 'ਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖਾਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ। ਹਸਪਤਾਲ 'ਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਡਾਢੀ ਬੇਚੈਨ ਹੋਈ। ਸ਼ਾਮ ਨੂੰ ਜਦੋਂ ਅੱਡੇ ਤੇ ਪਹੁੰਚੀ, ਹੌਲੀ-ਹੌਲੀ ਤੁਰਦਾ ਉਦਾਸ ਜੀਤ ਉਹਦੇ ਕੋਲ ਆਇਆ। ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ 'ਚ ਪੜ੍ਹਦੀ ਸੀ, ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ, ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ ਖੁਲਦਾ ਇੱਧਰ ਆ ਗਿਆ। ਪੜ੍ਹਾਈ ਕਿੱਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡਕਟਰ ਬਣ ਗਿਆ।
ਤੁਹਾਡਾ ਬੈਗ ਤੇ ਟੂਟੀਆਂ ਜੀਆਂ ਦੇਖ ਕੇ ਮੈਨੂੰ ਅਮਰਜੀਤ ਯਾਦ ਆ ਜਾਂਦੀ ਹੈ ਤੇ ਅੱਗੋਂ ਉਹਦਾ ਗਲਾ ਭਰ ਆਇਆ। ਪਾਲੀ ਡਾਢੀ ਬੇਚੈਨ ਹੋਈ। ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ। ਇੰਨੇ ਨੂੰ ਬੱਸ ਆ ਗਈ। ਉਹ ਕਾਹਲੀ ਨਾਲ ਉੱਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ। ਧੰਨਵਾਦ। ਅਗਲੀ ਕਹਾਣੀ ਹੈ ਪਰਬਤ ਦੇ ਇਸ ਪਾਰ ਪਰਬਤ ਦੇ ਉਸ ਪਾਰ। ਇਹ ਕੀ? ਆਰਤੀ ਉਤਾਰ ਕੇ ਤਿਲਕ ਲਗਾ ਕੇ ਰੱਖੜੀ ਬੰਨ ਕੇ ਬੰਦੇ ਨੂੰ ਕਿੱਧਰ ਨੂੰ ਤੁਰਿਆ ਜਾ ਰਿਹਾ ਹੈ? ਲੜਾਈ? ਪਰ ਕਿਉਂ? ਕਿਹਦੇ ਨਾਲ? ਕੀ ਕਿਹਾ? ਤਗਮੇ, ਵੀਰ ਚੱਕਰ, ਵਤਨ ਲਈ ਸ਼ਹੀਦੀ? ਇਹ ਤਾਂ ਅਜਿਹੀ ਗੱਲ ਹੋਈ ਜਿਵੇਂ ਗਿੱਦੜ ਨੇ ਆਪਣੇ ਮਿੱਤਰ ਊਠ ਨੂੰ ਆਖਿਆ ਸੀ ਕਿ ਕਾਲ ਪੈ ਗਿਆ, ਹੋਰ ਤਾਂ ਕੁਝ ਖਾਣ ਨੂੰ ਲੱਭਦਾ ਨਹੀਂ, ਮੈਂ ਜੇ ਆਖੇ ਤਾਂ ਤੈਨੂੰ ਖਾ ਲੈਨੇ ਆ ਤੇ ਹਾੜੀ ਨੂੰ ਤੈਨੂੰ ਪੈਸੇ ਦੇ ਦਿਆਂਗੇ। ਕੀ ਕਿਹਾ? ਦੁਸ਼ਮਣ, ਖਤਰਾ? ਸਾਹੋ ਸਾਹ ਹੋਇਆ ਉਹ ਪਰਬਤ ਤੇ ਪਹੁੰਚ ਗਿਆ। ਲਓ, ਇੱਕ ਬੰਦਾ ਪਰਬਤ ਦੇ ਪਰਲੇ ਪਾਸਿਓਂ ਵੀ ਆ ਗਿਆ ਸੀ, ਉਸੇ ਜਿੱਡਾ, ਉਸੇ ਵਰਗਾ। ਉਹ ਇੱਕ ਦੂਜੇ ਨੂੰ ਵੇਖ ਕੇ ਚੰਗਿਆੜੇ। ਦੋਨਾਂ ਹੀ ਪਾਸਿਆਂ ਤੋਂ ਲੱਖਾਂ ਹੀ ਆਵਾਜ਼ਾਂ ਹੋਰ ਨਾਲ ਚੰਗਿਆੜੀਆਂ। ਉਹ ਗੁੱਥਮ ਗੁੱਥਾ ਹੋ ਗਏ। ਦੌੜ ਦੌੜ ਤੋਪਾਂ ਚੱਲੀਆਂ, ਬੰਬ ਫਟੇ, ਅਸਮਾਨ ਤੇ ਗਿਰਜਾਂ ਮੰਡਲਾਉਣ ਲੱਗੀਆਂ। ਲਾਸ਼ਾਂ ਦੇ ਅੰਬਾਰ ਲੱਗ ਗਏ। ਜ਼ਖਮੀ, ਅੱਧ-ਮੋਏ, ਸਹਿਕਦੇ, ਪਾਣੀ ਮੰਗਦਿਆਂ ਦੀਆਂ ਕਈਆਂ ਦੀਆਂ ਟੰਗਾਂ, ਬਾਹਾਂ, ਹੱਥ ਪੈਰ ਤੇ ਸਿਰ ਇੱਧਰ ਉੱਧਰ ਰੁਲ ਰਹੇ ਸਨ। ਲੜਾਈ ਅਜੇ ਵੀ ਹੋ ਰਹੀ ਸੀ। ਦੂਰ ਪਰਬਤ ਦੇ ਇਸ ਪਾਰ ਪਰਬਤ ਦੇ ਉਸ ਪਾਰ ਸਾੜੀ ਦੇ ਲੱਥੇ ਲੰਗਾਰ ਵਾਲੀ ਉਹਦੀ ਪਤਨੀ ਰੋ ਰੋ ਕੇ ਉਹਦੀਆਂ ਸੁੱਖਾਂ ਮਨਾ ਰਹੀ ਸੀ। ਉਹ ਦੇਖ ਰਹੀ ਸੀ ਕਿ ਜਿਹੜੇ ਮਰ ਗਏ ਉਹਨਾਂ ਨੂੰ ਤਗਮੇ ਦਿੱਤੇ ਜਾ ਰਹੇ ਸੀ, ਮਕਬਰੇ ਬਣ ਰਹੇ ਸੀ, ਉਹਨਾਂ ਦੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਸੀ ਤੇ ਹੋਰ ਮਰਨ ਲਈ ਭੇਜੇ ਜਾ ਰਹੇ ਸੀ। ਪਰ ਇਹ ਸਭ ਕਿਉਂ? ਇਹ ਗੱਲ ਤਾਂ ਕਿਸੇ ਵਿਹਲੇ ਵੇਲੇ ਹੀ ਸੋਚੀ ਜਾ ਸਕਦੀ ਹੈ। ਅੱਜ ਦੇ ਮਨੁੱਖ ਕੋਲ ਇੰਨੀ ਵਿਹਲ ਹੀ ਕਿੱਥੇ ਸੀ। ਵਕਤ ਕਿਰਦਾ ਜਾ ਰਿਹਾ ਸੀ, ਸਾਹ ਮੁੱਕਦੇ ਜਾ ਰਹੇ ਸਨ, ਉੱਤੋਂ ਹਨੇਰਾ ਉਤਰ ਰਿਹਾ ਸੀ। ਗਿਰਜਾਂ ਗਲੀਆਂ ਸੜੀਆਂ ਲਾਸ਼ਾਂ ਨੂੰ ਚੂੰਡ ਰਹੀਆਂ ਸੀ। ਤੂੰ ਮੇਰੇ ਨਾਲ ਕਿਉਂ ਲੜਦਾ ਹੈ? ਪਰਬਤ ਦੇ ਇਸ ਪਾਰ ਵਾਲੇ ਨੇ ਉਸ ਪਾਰ ਵਾਲੇ ਨੂੰ ਪੁੱਛਿਆ। ਤੂੰ ਮੇਰੇ ਨਾਲ ਕਿਉਂ ਲੜਦਾ? ਉਸ ਪਾਰ ਵਾਲੇ ਨੇ ਇਸ ਪਾਰ ਵਾਲੇ ਨੂੰ ਪੁੱਛਿਆ। ਤੂੰ ਮੇਰੀ ਧਰਤੀ ਤੇ ਕਿਉਂ ਆਇਆ? ਤੂੰ ਮੇਰੀ ਤੇ ਕਿਉਂ ਆਇਆ? ਇਹ ਤੇਰੀ ਥੋੜਾ ਹੀ ਹੈ, ਹੋਰ ਤੇਰੀ ਹੈ? ਆ ਸਾਹਮਣੇ ਮੰਦਰ ਹੈ, ਚੱਲ ਪੁਜਾਰੀ ਤੋਂ ਪੁੱਛ ਲੈਨੇ ਆ ਧਰਤੀ ਕਿਹਦੀ ਹੈ। ਲਾਸ਼ਾਂ ਦੇ ਢੇਰਾਂ ਨੂੰ ਲੰਘਦੇ ਉੱਥੇ ਪਹੁੰਚੇ, ਪਰ ਇਹ ਤਾਂ ਮੰਦਰ ਨਹੀਂ ਸੀ। ਇਹਦੇ ਤਾਂ ਦਰਵਾਜ਼ੇ ਤੇ ਹੀ ਮੋਟੇ ਅੱਖਰਾਂ 'ਚ ਲਿਖਿਆ ਸੀ, ਪਰਬਤ ਦੇ ਇਸ ਪਾਰ ਤੇ ਪਰਬਤ ਦੇ ਉਸ ਪਾਰ ਵਾਲਿਆਂ। ਉਹਨਾਂ ਦੀ ਸਾਂਝੀ ਕਬਰ ਹੈ ਜਿਹੜੇ ਇੱਥੇ ਲੜਦੇ ਹੋਏ ਮਾਰੇ ਗਏ ਸਦੀ ਪਹਿਲਾਂ। ਉਹ ਇਹਨਾਂ ਅੱਖਰਾਂ ਵੱਲ ਇਉਂ ਅੱਖਾਂ ਪਾੜ ਪਾੜ ਵੇਖ ਰਹੇ ਸਨ ਜਿਵੇਂ ਇਹਨਾਂ ਦੀ ਉਹਨਾਂ ਨੂੰ ਸਮਝ ਨਾ ਆ ਰਹੀ ਹੋਵੇ। ਧੰਨਵਾਦ। ਅਗਲੀ ਕਹਾਣੀ ਚਲਾਕ ਜੱਟੀ। ਇੱਕ ਸਮੇਂ ਦੀ ਗੱਲ ਹੈ, ਇੱਕ ਪਿੰਡ 'ਚ ਇੱਕ ਜੱਟ ਰਹਿੰਦਾ ਸੀ। 4 ਉਹਦੀਆਂ ਧੀਆਂ ਸੀ, 2 ਛੋਟੇ ਪੁੱਤਰ ਸੀ। ਪਿੰਡ ਦੇ ਪਰਲੇ ਸਿਰੇ ਤੇ ਜੱਟ ਦੇ ਖੇਤ ਸੀ। ਖੇਤਾਂ ਤੋਂ ਪਰੇ ਇੱਕ ਨਦੀ ਵਗਦੀ ਸੀ। ਗਰਮੀਆਂ 'ਚ ਜਦੋਂ ਪਹਾੜਾਂ ਉੱਤੇ ਮੀਂਹ ਪੈਂਦਾ, ਨਦੀ 'ਚ ਹੜ੍ਹ ਆ ਜਾਂਦੇ, ਕੱਚੇ ਕੰਢੇ ਭੁਰਨ ਲੱਗਦੇ। ਸਰਦੀਆਂ 'ਚ ਪਾਣੀ ਬੜਾ ਨੀਵਾਂ ਵਗਦਾ। ਨਦੀ ਦੇ ਦੋਹੀਂ ਪਾਸੇ ਛਾਂ ਵਾਲੇ ਦਰਖਤ ਸੀ। ਦਰਖਤਾਂ ਉੱਤੇ ਪੰਛੀਆਂ ਨੇ ਆਲਣੇ ਵੀ ਪਾਏ ਸੀ। ਉਹ ਜੱਟ ਤਮਾੜ ਧੁੱਪ 'ਚ ਹਲ ਵਾਹੁੰਦਾ, ਕਦੇ ਕਦੇ ਨਦੀ ਦੇ ਛਾਂ ਵਾਲੇ ਦਰਖਤਾਂ ਵੱਲ ਤੱਕ ਲੈਂਦਾ, ਪਰ ਉਹ ਉੱਥੇ ਕਦੇ ਜਾਂਦਾ ਨਹੀਂ ਸੀ। ਇਸ ਤਰ੍ਹਾਂ ਕੰਮ ਦਾ ਹਰਜ ਹੋਣਾ ਸੀ। 4 ਉਹਦੇ ਧੀਆਂ ਸਨ ਤੇ 2 ਛੋਟੇ ਪੁੱਤਰ। ਪੀਣ ਵਾਲਾ ਪਾਣੀ ਉਹ ਹਮੇਸ਼ਾ ਘਰੋਂ ਹੀ ਲੈ ਕੇ ਆਉਂਦਾ ਸੀ। ਨਦੀ ਦਾ ਪਾਣੀ ਗੰਧਲਾ ਵੀ ਹੋ ਸਕਦਾ, ਖਾਰਾ ਵੀ, ਇਸ ਲਈ ਉਹ ਕਦੇ ਉੱਥੇ ਨਹੀਂ ਸੀ ਗਿਆ। ਕਦੇ ਕਦੇ ਉਹਨੂੰ ਲੱਗਦਾ ਹੋ ਸਕਦਾ ਨਦੀ ਦਾ ਪਾਣੀ ਨਿਰਮਲ ਹੀ ਹੋਏ। ਹਲ ਵਾਹੁੰਦਾ, ਕਦੇ ਕਦੇ ਉਹ ਸੋਚਣ ਲੱਗ ਪੈਂਦਾ, ਇਹ ਨਦੀ ਕਿੱਥੇ ਨੂੰ ਜਾ ਰਹੀ ਹੈ? ਖਬਰੇ ਪੰਛੀਆਂ ਨੂੰ ਇਹਦੀ ਬੋਲੀ ਆਉਂਦੀ ਹੋਵੇ ਤੇ ਉਹਨਾਂ ਨੇ ਇਹ ਤੋਂ ਪੁੱਛ ਹੀ ਲਿਆ ਹੋਵੇ। ਪਰ ਸਾਊ, ਕੱਲੇ ਇਉਂ ਰਾਹ ਨਹੀਂ ਪਈਦਾ ਹੁੰਦਾ, ਜ਼ਮਾਨਾ ਖੋਟਾ ਹੈ। ਇੱਕ ਦਿਨ ਉਹਨੇ ਨਦੀ ਨੂੰ ਕਿਹਾ। ਇਹ ਗੱਲ ਉਹ ਆਮ ਕਰਕੇ ਆਪਣੀ ਸਭ ਤੋਂ ਵੱਡੀ ਧੀ ਨੂੰ ਆਖਦਾ ਹੁੰਦਾ ਸੀ। ਖੇਤਾਂ 'ਚ ਕੰਮ ਕਰਦੇ ਨੂੰ ਉਹਨੂੰ ਦੂਰ ਵਗਦੀ ਨਦੀ ਦੀ ਆਵਾਜ਼ ਸੁਣਦੀ ਰਹਿੰਦੀ ਤੇ ਉਹਨੂੰ ਲੱਗਦਾ ਇੱਥੇ ਉਜਾੜ 'ਚੋਂ ਇਕੱਲਾ ਨਹੀਂ ਸੀ। ਘਰ ਕਿਸੇ ਨਾ ਕਿਸੇ ਗੱਲੋਂ ਜਦੋਂ ਜੱਟੀ ਉਸ ਨਾਲ ਲੜ ਪੈਂਦੀ, ਉਹ ਖੇਤਾਂ ਵੱਲ ਨੂੰ ਤੁਰ ਆਉਂਦਾ। ਖੇਤਾਂ ਦੇ ਪਾਰ ਭਾਵੇਂ ਕਦੇ ਕਦੇ ਉਹਨੂੰ ਉਂਝ ਹੀ ਤੌਖਲਾ ਲੱਗ ਜਾਂਦਾ ਕਿ ਜਦੋਂ ਉੱਥੇ ਜਾਏਗਾ ਤਾਂ ਨਦੀ ਉੱਥੇ ਨਹੀਂ ਹੋਏਗੀ। ਦਿਨ ਪਰ ਦਿਨ ਉਹ ਬੁੱਢਾ ਹੋ ਰਿਹਾ ਸੀ। ਉਹਦਾ ਪਰਿਵਾਰ ਜਵਾਨ ਹੋ ਰਿਹਾ ਸੀ। ਵੱਡੀ ਕੁੜੀ ਤਾਂ ਉਹਨੇ ਵਿਆਹ ਵੀ ਦਿੱਤੀ ਸੀ। ਦਿਨ ਪਰ ਦਿਨ ਜੱਟੀ ਉਸ ਨਾਲ ਵਧੇਰੇ ਲੜਦੀ। ਹੋਰ ਕਰਦੀ ਵੀ ਕੀ? ਘਰ ਦਾ ਕੰਮ ਤਾਂ ਬਹੁਤਾ ਉਹਦੀਆਂ ਧੀਆਂ ਕਰ ਲੈਂਦੀਆਂ ਸੀ। ਅੱਜ ਜਦੋਂ ਲੜੀ, ਜੱਟ ਹਮੇਸ਼ਾ ਵਾਂਗ ਖੇਤਾਂ ਨੂੰ ਤੁਰ ਪਿਆ। ਜੱਟੀ ਤੋਂ ਇਹ ਬਰਦਾਸ਼ਤ ਨਾ ਹੋਇਆ। ਉਹ ਵੀ ਪਿੱਛੇ ਪਿੱਛੇ ਤੁਰੀ ਕਿ ਦੇਖਾ ਤਾਂ ਸਹੀ। ਖੇਤ ਪਹੁੰਚ ਕੇ ਜੱਟ ਥੱਕਿਆ ਵਾਂਗ ਖੇਤ ਦੀ ਵੱਟ ਤੇ ਬਹਿ ਗਿਆ। ਜੁੱਤੀ ਲਾਤੀ, ਘਾਹ ਦੀ ਇੱਕ ਤਿੜ ਤੋੜ ਕੇ ਡੱਕੇ ਨਾਲ ਦੰਦ ਖਰੋਚਣ ਲੱਗ ਪਿਆ। ਜੱਟੀ ਇੱਕ ਦਰਖਤ ਦੀ ਆੜ 'ਚ ਖੜੋਤੀ ਸਭ ਕੁਝ ਵੇਖ ਰਹੀ ਸੀ।
ਜੱਟ ਬੈਠਾ ਬੈਠਾ ਸੋਚਣ ਲੱਗ ਪਿਆ, ਆਖਰ ਬੰਦਾ ਕਾਹਦੇ ਲਈ ਜੱਗ ਉੱਤੇ ਆਉਂਦਾ ਹੈ। ਉਹਦੇ ਕੋਲ ਹੀ ਇੱਕ ਕਾਲੀ ਚਿੜੀ ਅੱਕ ਦੀ ਟਾਹਣੀ ਤੇ ਬੈਠੀ ਬੜੇ ਆਰਾਮ ਨਾਲ ਝੂਟੇ ਲੈ ਰਹੀ ਸੀ। ਬਿਨਾਂ ਮਤਲਬ ਤੋਂ ਹੀ ਜੱਟ ਉੱਠ ਕੇ ਨਦੀ ਵੱਲ ਨੂੰ ਤੁਰ ਪਿਆ। ਬਿਨਾਂ ਮਤਲਬ ਤੋਂ ਹੀ ਜੱਟੀ ਨੇ ਸਮਝਿਆ ਪਾਣੀ ਪੀਣ ਜਾ ਰਿਹਾ ਹੈ। ਅੰਦਰਲੀ ਗਰਮੀ ਤੋਂ ਘਬਰਾ ਕੇ ਜੱਟ ਨੇ ਆਪਣੇ ਸਿਰ ਉੱਤੋਂ ਪੱਗ ਉਤਾਰ ਲਈ। ਜੱਟੀ ਨੇ ਸਮਝਿਆ ਨਦੀ 'ਚ ਨਹਾਉਣ ਚੱਲਿਆ। ਅੱਛਾ, ਤਾਂਹੀਏ ਨਹੀਂ ਮੇਰੇ ਲੜਨ ਦਾ ਕੋਈ ਅਸਰ ਹੁੰਦਾ, ਆਪ ਇੱਥੇ ਠੰਡੇ ਪਾਣੀ 'ਚ ਮੌਜਾਂ ਨਾਲ ਤਾਰੀਆਂ ਲਾਉਂਦਾ ਹੈ, ਉਹਨੇ ਸੋਚਿਆ। ਫਿਰ ਪਤਾ ਨਹੀਂ ਕਿਵੇਂ ਆਪ ਹੀ ਉਹਨੂੰ ਖਿਆਲ ਆਇਆ, ਕਿਧਰੇ ਇਸ 'ਚ ਡੁੱਬ ਕੇ ਹੀ ਨਾ ਮਰ ਜਾਏ। ਜੱਟ ਸੱਚਮੁੱਚ ਹੀ ਨਦੀ ਦੇ ਕੰਢੇ ਤੇ ਖੜੋਤਾ ਨਦੀ ਨੂੰ ਨੀਂਹ ਜਲਾਈ ਤੱਕ ਰਿਹਾ ਸੀ। ਖਬਰੇ ਸੋਚ ਰਿਹਾ ਸੀ ਕਿ ਗੰਗਾ ਵੀ ਇੱਕ ਅਜਿਹੀ ਨਦੀ ਹੈ ਜਿਸ 'ਚ ਬੰਦੇ ਦੇ ਫੁੱਲ ਪਾਏ ਜਾਂਦੇ ਨੇ, ਤੇ ਗੰਗਾ ਉਸ ਜੱਟ ਦੀ ਮਾਂ ਦਾ ਨਾਂ ਵੀ ਸੀ। ਇਹ ਤੋਂ ਪਹਿਲਾਂ ਕਿ ਜੱਟ ਨਦੀ 'ਚ ਨਹਾਉਂਦਾ ਜਾਂ ਪਾਣੀ ਪੀਂਦਾ ਜਾਂ ਡੁੱਬ ਕੇ ਮਰਦਾ, ਜੱਟੀ ਨੇ ਹੋਰ ਕੁਝ ਲੱਭਦਾ ਨਾ ਵੇਖ ਕੇ ਆਪਣੇ ਆਲੇ ਦੁਆਲਿਓਂ ਗੰਦਮੰਦ ਇਕੱਠਾ ਕੀਤਾ ਨਦੀ 'ਚ ਵਗਾ ਮਾਰਿਆ। ਆਪਣੇ ਹੱਥਾਂ ਦਾ ਕੀ ਏ, ਉਹ ਤਾਂ ਧੋਤੇ ਜਾਣਗੇ, ਉਹਨੇ ਸੋਚਿਆ। ਜੱਟ ਇਹ ਦੇਖ ਕੇ ਹੈਰਾਨ ਹੋ ਗਿਆ, ਕਿਉਂਕਿ ਨਾ ਉਹਦਾ ਨਦੀ 'ਚ ਨਹਾਉਣ ਦਾ ਖਿਆਲ ਸੀ, ਨਾ ਪਾਣੀ ਪੀਣ ਦਾ, ਨਾ ਡੁੱਬ ਮਰਨ ਦਾ। ਉਹ ਤੇ ਉਂਝ ਹੀ ਉੱਥੇ ਆ ਗਿਆ ਸੀ, ਬੇਮਤਲਬੀ। ਧੰਨਵਾਦ। ਅਗਲੀ ਕਹਾਣੀ ਹੈ ਇੱਕ ਕੁੜੀ। ਜਦੋਂ ਵੀ ਕਦੇ ਮੀਰਾ ਦਾ ਬਾਪੂ ਬਹੁਤੀ ਸ਼ਰਾਬ ਪੀ ਕੇ ਮੀਰਾ ਦੀ ਮਾਂ ਨੂੰ ਮਾਰਨ ਲੱਗਦਾ, ਉਹ ਭੱਜ ਕੇ ਮੂਹਰੇ ਹੋ ਜਾਂਦੀ, ਡਾਢਾ ਮਾਰ ਕੇ ਰੋ ਪੈਂਦੀ। ਪਿਓ ਦੀਆਂ ਲੱਤਾਂ ਬਾਹਾਂ ਨੂੰ ਚੰਬੜ ਜਾਂਦੀ। ਇਸ ਹੱਥੋਂ ਪਾਈ 'ਚ ਕਈ ਵਾਰੀ ਧੌਲ ਧੱਫਾ ਮਾਂ ਦੀ ਥਾਂ ਉਹਦੇ ਵੀ ਲੱਗ ਜਾਂਦਾ। ਅਗਲੀ ਸਵੇਰ ਤੱਕ ਉਹ ਜਿਵੇਂ ਸਭ ਕੁਝ ਭੁੱਲ ਜਾਂਦੀ। ਮਾਂ ਨਾਲ ਸਾਰਾ ਘਰ ਦਾ ਕੰਮ ਕਰਵਾਉਂਦੀ, ਪਿਓ ਨੂੰ ਓਡੀ ਚੰਗੀ ਤਰ੍ਹਾਂ ਚਾਹ ਦੁੱਧ ਫੜਾਉਂਦੀ, ਪਰ ਕਦੇ ਕਦੇ ਰਾਤ ਨੂੰ ਡਡਿਆ ਉੱਠਦੀ। ਮਾਂ ਹਲੂਣ ਕੇ ਜਗਾਉਂਦੀ ਤੇ ਪਾਣੀ ਪੀ ਲੈਣ ਲਈ ਆਖਦੀ, ਕੰਮ ਮੈਂ ਆਪੇ ਕਰ ਲੂੰ, ਤੂੰ ਪੜ੍ਹਿਆ ਕਰ। ਦੇਖ ਲੈ, ਮਸ਼ੀਨ ਵਾਲਿਆਂ ਦੀ ਕੁੜੀ ਪੜ੍ਹੀ ਹੋਣ ਕਰਕੇ ਹੀ ਪ੍ਰਾਹੁਣਾ ਭੁੰਜੇ ਪੱਬ ਨਹੀਂ ਲਾਉਣ ਦਿੰਦਾ, ਅਸੀਂ ਤਾਂ ਡੰਗਰਾਂ ਪਸ਼ੂਆਂ ਵਾਲੀ ਜੂਨ ਭੋਗੀ ਹੈ, ਮਾਂ ਮੀਰਾ ਨੂੰ ਕਈ ਵਾਰ ਆਖਦੀ। ਪਰ ਪਿਓ ਕੁੜੀਆਂ ਨੂੰ ਬਹੁਤਾ ਪੜ੍ਹਾਉਣ ਦੇ ਹੱਕ 'ਚ ਨਹੀਂ ਸੀ। ਪੜ੍ਹ ਕੇ ਕੀ ਕੁੜੀਆਂ ਨੇ ਮੈਜਿਸਟ੍ਰੇਟ ਬਣਨਾ ਹੈ, ਉਹ ਆਖਦਾ, ਤੇ ਮੀਰਾ ਨੂੰ 10ਵੀਂ ਕਰਨ ਪਿੱਛੋਂ ਕਾਲਜ 'ਚ ਨਾਂ ਦਾਖਲ ਕਰਵਾਇਆ ਗਿਆ। ਸਾਲ ਕੁ ਵਿਹਲੀ ਬਹਿ ਕੇ ਮੀਰਾ ਨੇ ਇੱਕ ਸਕੂਲ 'ਚ ਨੌਕਰੀ ਕਰ ਲਈ। ਪਿਓ ਨੂੰ ਇਹ ਗੱਲ ਪਸੰਦੀ ਤਾਂ ਨਹੀਂ ਸੀ, ਪਰ ਉਹਨੇ ਰੋਕਿਆ ਕੋਈ ਨਾ। ਮੀਰਾ ਤੋਂ ਹੁਣ ਜਿਵੇਂ ਉਹ ਝਿਪਣ ਲੱਗ ਪਿਆ ਸੀ। ਛੇਤੀ ਕੀਤੇ ਉਹਦੀ ਮਾਂ ਨੂੰ ਵੀ ਮਾਰਨ ਦਾ ਹੁਣ ਜਿਵੇਂ ਉਹਨੂੰ ਹੌਸਲਾ ਨਹੀਂ ਸੀ ਪੈਂਦਾ। ਅਗਲੇ ਵਰੇ ਆਪੇ ਪੱਲਿਓਂ ਹੀ ਫੀਸਾਂ ਦੇ ਕੇ ਛੋਟੀ ਚੰਚਲ ਨੂੰ ਮੀਰਾ ਕਾਲਜ 'ਚ ਦਾਖਲ ਕਰਵਾ ਆਈ। ਪਿਓ ਨੇ ਕੋਈ ਖਾਸ ਨਾ ਗੌਲਿਆ। ਉਹ ਤੋਂ ਅਗਲੇ ਵਰੇ ਰੇਣੂ ਨੂੰ, ਤੇ ਫਿਰ ਰੋਕਣਾ ਹੀ ਕਿਹਨੇ ਸੀ। ਚੰਚਲ ਤੇ ਰੇਣੂ ਪੜ੍ਹਨ 'ਚ ਬਹੁਤ ਹੁਸ਼ਿਆਰ ਸੀ। ਇਸ ਗੱਲ ਉੱਤੇ ਮੀਰਾ ਬੜੀ ਖੁਸ਼ ਸੀ। ਮਾਂ ਜਦੋਂ ਉਹਨਾਂ 'ਚੋਂ ਕਿਸੇ ਨੂੰ ਕਿਸੇ ਕੰਮ ਲਈ ਹਾਕ ਮਾਰਦੀ, ਮੀਰਾ ਚਲੀ ਜਾਂਦੀ, ਆਖਦੀ, ਬੀਬੀ ਉਹਨਾਂ ਨੂੰ ਪੜ੍ਹਨ ਦੇ, ਮੈਨੂੰ ਦੱਸ ਕੀ ਕੰਮ ਹੈ, ਤੂੰ ਐਵੇਂ ਨਾ ਉਹਨਾਂ ਨੂੰ ਬਹੁਤੀਆਂ ਸਿਰ ਚੜਾ, ਅਗਲੇ ਘਰ ਜਾ ਕੇ ਮੈਨੂੰ ਖੱਜਲ ਕਰਨਗੀਆਂ। ਮਾਂ ਐਤਵਾਰ ਵਾਲੇ ਦਿਨ ਮੀਰਾ ਨੂੰ ਉਹਨਾਂ ਦੇ ਕੱਪੜੇ ਪ੍ਰੈਸ ਕਰਦਿਆਂ ਕਦੇ ਚੁੰਨੀਆਂ ਧੋਂਦੀ ਵੇਖ ਕੇ ਆਖਦੀ। ਚੰਚਲ ਤੇ ਰੇਣੂ ਨੂੰ ਵੀ ਮੀਰਾ ਨਾਲ ਬਹੁਤ ਪਿਆਰ ਸੀ। ਉਹ ਕਾਲਜ ਦੀਆਂ ਮੁੰਡਿਆਂ ਕੁੜੀਆਂ ਦੀਆਂ ਸ਼ਰਾਰਤਾਂ ਦੀਆਂ ਸਭ ਗੱਲਾਂ ਮੀਰਾ ਨੂੰ ਦੱਸ ਦਿੰਦੀਆਂ। ਕਦੇ ਕਦੇ ਬੀਬੀ ਤੋਂ ਚੋਰੀ ਉਹਨਾਂ ਨੂੰ ਸਹੇਲੀਆਂ ਨਾਲ ਸਿਨੇਮਾ ਵੇਖਣ ਲਈ ਪੈਸੇ ਵੀ ਦੇ ਦਿੰਦੀ। ਚੰਚਲ ਨੇ BA ਪਾਸ ਕਰ ਲਈ। ਮੀਰਾ ਨੇ ਉਹਦੇ ਵਿਆਹ ਲਈ ਹਰ ਮਹੀਨੇ ਕੁਝ ਨਾ ਕੁਝ ਬਣਾ ਕੇ ਰੱਖਣਾ ਸ਼ੁਰੂ ਕਰ ਦਿੱਤਾ। ਚੰਚਲ ਦੇ ਵਿਆਹ ਦਾ ਫਿਕਰ ਜਿਵੇਂ ਮਾਂ ਤੇ ਪਿਓ ਨਾਲੋਂ ਵੀ ਵਧੇਰੇ ਮੀਰਾ ਨੂੰ ਸੀ। ਸਕੂਲ ਵਿੱਚ ਉਹ ਆਪਣੀਆਂ ਭੈਣਾਂ ਦੀਆਂ ਤਾਰੀਫਾਂ ਕਰਦੀ ਨਾ ਥੱਕਦੀ। ਉਹਨੂੰ ਦੇਖ ਕੇ ਸੁਣਨ ਵਾਲੇ ਨੂੰ ਉਹਦੀਆਂ ਸਾਰੀਆਂ ਗੱਲਾਂ ਸੱਚੀਆਂ ਲੱਗਦੀਆਂ। ਉਹਦੀ ਇੱਕ ਸਹੇਲੀ ਨੇ ਜਿਸ ਦਿਨ ਆਪਣੇ ਲਫਟੈਨ ਭਰਾ ਲਈ ਚੰਚਲ ਦਾ ਸਾਕ ਮੰਗਿਆ, ਮੀਰਾ ਦੀ ਖੁਸ਼ੀ ਦੇ ਮਾਰੇ ਅੱਖਾਂ 'ਚ ਅੱਥਰੂ ਆ ਗਏ। ਚੰਚਲ ਦਾ ਵਿਆਹ ਹੋ ਗਿਆ। ਅਮਰ ਜਿਵੇਂ ਜਵਾਈ ਨਹੀਂ, ਘਰ ਦਾ ਪੁੱਤ ਹੋਵੇ। ਜਦੋਂ ਛੁੱਟੀ ਆਉਂਦਾ, ਬਹੁਤੀ ਛੁੱਟੀ ਮੀਰਾ ਹੋਰਾਂ ਕੋਲ ਹੀ ਕੱਟਦਾ। ਬਾਹਰਲੇ ਅੰਦਰਲੇ ਸਭ ਕੰਮ ਕਰ ਆਉਂਦਾ। ਉਹਦੇ ਹੁੰਦਿਆਂ ਬਾਪੂ ਉਹਨਾਂ ਦਾ ਕਦੇ ਉੱਚੀ ਵੀ ਨਹੀਂ ਸੀ ਬੋਲਦਾ। ਰੋਟੀ ਬਣਾਉਂਦੀ ਮੀਰਾ ਕੋਲ। ਲੰਗਰ ਵਿੱਚ ਹੀ ਜਦੋਂ ਆ ਬੈਠਦਾ ਤਾਂ ਮੀਰਾ ਆਖਦੀ, ਇੱਥੇ ਗਰਮੀ ਏ, ਤੂੰ ਆਇਆ ਅੰਦਰ ਚੱਲ। ਅਮਰ, ਨਾ ਬਈ, ਆਪਾਂ ਤਾਂ ਮੀਰਾ ਦੀਦੀ ਕੋਲ ਹੀ ਬੈਠਾਂਗੇ, ਉਹ ਹੱਸ ਕੇ ਆਖਦਾ। ਮੀਰਾ ਚਾਹ ਬਣਾ ਕੇ ਲਿਜਾ ਰਹੀ ਹੁੰਦੀ ਤਾਂ ਖਾਣ ਵਾਲੀਆਂ ਚੀਜ਼ਾਂ ਅਮਰ ਚੁੱਕੀ ਜਾ ਰਿਹਾ ਹੁੰਦਾ। ਜਦੋਂ ਸਾਰੇ ਸਿਨੇਮਾ ਜਾਣ ਲਈ ਤਿਆਰ ਹੁੰਦੇ, ਉਹ ਮੀਰਾ ਨੂੰ ਨਾਲ ਲਿਜਾਣ ਲਈ ਜ਼ਿੱਦ ਕਰਦਾ। ਹੁਣ ਸਕੂਲ 'ਚ ਮੀਰਾ ਆਪਣੀਆਂ ਭੈਣਾਂ ਦੇ ਨਾਲ ਨਾਲ ਆਪਣੇ ਜੀਜੇ ਦੀਆਂ ਵੀ ਗੱਲਾਂ ਕਰਦੀ ਰਹਿੰਦੀ। ਫਿਰ ਚੰਚਲ ਦੇ ਲੜਕਾ ਹੋਇਆ। ਮੀਰਾ ਤੋਂ ਚਾਹ ਨਾ ਚੁੱਕਿਆ ਜਾਵੇ। ਉਹਨੂੰ ਆਪਣੇ ਨਾਲ ਹੀ ਸਵਾਉਂਦੀ। ਰਾਤ ਨੂੰ ਕਈ ਵਾਰ ਉੱਠ ਕੇ ਦੁੱਧ ਗਰਮ ਕਰਕੇ ਪਿਲਾਉਂਦੀ। ਸਕੂਲ ਜਾਣ ਲੱਗੀ ਉਹਦਾ ਖਿਆਲ ਰੱਖਣ ਲਈ ਮੁੜ ਮੁੜ ਚੰਚਲ ਨੂੰ ਤਾਕੀਦ ਕਰਦੀ। ਅਮਰ ਨੇ ਆਪਣੇ ਇੱਕ ਦੋਸਤ ਨੂੰ ਰੇਣੂ ਦਾ ਸਾਕ ਕਰਵਾ ਦਿੱਤਾ। BA ਦਾ ਇਮਤਿਹਾਨ ਦਿੰਦਿਆਂ ਰੇਣੂ ਦਾ ਵਿਆਹ ਹੋ ਗਿਆ। ਪਾਲ ਅਮਰ ਤੋਂ ਵੀ ਕਿਤੇ ਵੱਧ ਚੰਗਾ ਸੀ। ਛੁੱਟੀ ਆਇਆ, ਕੋਠੀ ਕਲੀ ਕਰਵਾ ਗਿਆ। ਮਤਾ ਪਿੱਛੋਂ
ਚੱਕ ਥਲ ਵਿੱਚ ਮੀਰਾ ਔਖੀ ਹੋਵੇ। ਸਭ ਨੂੰ ਪਤਾ ਸੀ ਕਿ ਕੰਮ ਸਭ ਮੀਰਾ ਕਰਦੀ ਹੈ, ਬਾਕੀ ਤਾਂ ਘਰ ਦੇ ਕਿਸੇ ਜੀ ਨੂੰ ਕੰਮ ਕਰਨ ਦੀ ਆਦਤ ਹੀ ਨਹੀਂ ਸੀ। ਮੰਡੀ ਵਿੱਚੋਂ ਸਾਲ ਭਰ ਦੀ ਇਕੱਠੀ ਕਣਕ ਖਰੀਦ ਕੇ ਸੁਟਾ ਗਿਆ। ਦੁਕਾਨਾਂ ਦੇ ਆਟਿਆਂ ਵਿੱਚ ਤਾਂ ਕਈ ਵਾਰੀ ਕਿਰਕ ਹੁੰਦੀ ਸੀ। ਇਨਕਮ ਟੈਕਸ ਦੀ ਪੇਸ਼ੀ ਤੇ ਜਾ ਕੇ ਕਿੰਨੇ ਚਿਰ ਦਾ ਲਮਕਦਾ ਹਿਸਾਬ ਕਿਤਾਬ ਪੱਧਰਾ ਕਰਵਾਇਆ। ਮੇਰੀਆਂ ਤਾਂ ਧੀਆਂ ਨੇ ਮੋਤੀ ਪੁੰਨ ਕੀਤੇ ਹੋਏ ਨੇ, ਮਾਂ ਉਹਨਾਂ ਦੀ ਹੁਣ ਕਈ ਵਾਰੀ ਆਂਢਣਾ ਗੁਆਂਢਣਾ ਨੂੰ ਆਖਦੀ। ਐਤਵਾਰ ਵਾਲੇ ਦਿਨ ਮੀਰਾ ਸਭ ਦੀਆਂ ਜੁੱਤੀਆਂ ਲੈ ਕੇ ਪਾਲਿਸ਼ ਕਰਨ ਬੈਠ ਗਈ। ਪਾਲ ਮੱਲੋ ਮੱਲੇ ਉਹ ਤੋਂ ਬੁਰਸ਼ ਫੜ ਕੇ ਆਪ ਪਾਲਿਸ਼ ਕਰਨ ਲੱਗ ਪਿਆ ਤੇ ਨਾਲ ਹੀ ਪਰੇ ਬੈਠੀ ਅਖਬਾਰ ਪੜ੍ਹ ਰਹੀ ਰੇਨੂ ਨੂੰ ਆਖਣ ਲੱਗਿਆ, ਤੁਹਾਨੂੰ ਸਭ ਨੂੰ ਸੰਗ ਨਹੀਂ ਲੱਗਦੀ? ਮੀਰਾ ਤੋਂ ਤਾਂ ਕੰਮ ਕੀਤੇ ਬਿਨਾਂ ਰਹਿ ਨਹੀਂ ਹੁੰਦਾ। ਅਸੀਂ 20 ਵਾਰੀ ਆਖਿਆ ਹੈ ਵੀ ਆਪੇ ਕਰ ਲੂ ਜਿਹਨੂੰ ਲੋੜ ਹੋਊ। ਰੇਨੂ ਦੀ ਥਾਂ ਚੰਚਲ ਨੇ ਜਵਾਬ ਦਿੱਤਾ। ਆਥਣੇ ਸਾਰੇ ਜਣੇ ਕਿਸੇ ਦੇ ਵਿਆਹ ਤੇ ਜਾਣ ਲਈ ਤਿਆਰ ਹੋਏ। ਰੋਟੀ ਤਾਂ ਉਹਨਾਂ ਦੇ ਖਾਣੀ ਸੀ, ਇਸ ਲਈ ਮੀਰਾ ਵੀ ਨਾਲ ਜਾ ਸਕਦੀ ਸੀ। ਮੀਰਾ ਦੀਦੀ, ਅਸੀਂ ਨਹੀਂ ਨਾ ਕੱਪੜਿਆਂ 'ਚ ਤੁਹਾਨੂੰ ਲੈ ਕੇ ਜਾਣਾ, ਜਾਓ ਵਧੀਆ ਪਾ ਕੇ ਆਓ, ਪਾਲ ਨੇ ਆਖਿਆ ਤੇ ਅਮਰ ਨੇ ਵੀ ਹਾਮੀ ਭਰੀ। ਮੀਰਾ ਝੂਠਾ ਜਿਹਾ ਹਾਸਾ ਹੱਸ ਕੇ ਚੁੱਪ ਕਰ ਗਈ। ਅਸਲ ਗੱਲ ਇਹ ਸੀ ਕਿ ਹਰ ਚੰਗਾ ਕੱਪੜਾ ਤਾਂ ਉਹ ਚੰਚਲ ਤੇ ਰੇਨੂ ਨੂੰ ਦੇ ਦਿੰਦੀ ਰਹੀ। ਉਸ ਕੋਲ ਤਾਂ ਸਭ ਇਹੋ ਜਿਹੀ ਸੀ। ਉਹਨੂੰ ਚੁੱਪ ਖੜੀ ਵੇਖ ਪਾਲ ਆਪ ਜਾ ਕੇ ਉਹਦੇ ਬਾਕਸ 'ਚੋਂ ਸਾੜੀਆਂ ਕੱਢ ਦੇਖਣ ਲੱਗ ਪਿਆ। ਮੀਰਾ ਕੋਲ ਖੜੀ ਰਹੀ। ਜਦੋਂ ਕੋਈ ਵੀ ਵਧੀਆ ਸਾੜੀ ਨਾ ਨਿਕਲੀ, ਉਹਨੇ ਇੱਕ ਵਾਰੀ ਨੀਝ ਨਾਲ ਮੀਰਾ ਵੱਲ ਵੇਖਿਆ। ਅਗਲੇ ਦਿਨ 2 ਬੜੀਆਂ ਸੋਹਣੀਆਂ ਸਾੜੀਆਂ ਪਾਲ ਮੀਰਾ ਲਈ ਲੈ ਕੇ ਆਇਆ। ਉਹਨੇ ਬਥੇਰੀ ਨਾ ਨੁੱਕਰ ਕੀਤੀ ਕਿ ਮੈਂ ਤਾਂ ਐਡੇ ਸ਼ੋਖ ਰੰਗ ਨਹੀਂ ਕਦੇ ਪਾਏ, ਇਹ ਤਾਂ ਬੜੀਆਂ ਮਹਿੰਗੀਆਂ ਹੋਣੀਆਂ ਨੇ, ਪਰ ਉਹਨੇ ਇੱਕ ਨਾ ਸੁਣੀ। ਰੇਨੂ, ਦੇਖ ਲੈ ਪਾਲ ਕਿਵੇਂ ਜਿੱਦ ਕਰੀ ਜਾਂਦਾ, ਮੀਰਾ ਨੇ ਲਾਡ ਨਾਲ ਆਖਿਆ। ਤਾਂ ਕੀ ਹੋ ਗਿਆ ਫਿਰ? ਰੇਨੂ ਦੀ ਥਾਂ ਚੰਚਲ ਨੇ ਜਵਾਬ ਦਿੱਤਾ। ਜਦੋਂ ਅਮਰ ਜਾਂ ਪਾਲ ਲੰਗਰ ਵਿੱਚ ਮੀਰਾ ਨਾਲ ਕੰਮ ਕਰਵਾਉਣ ਜਾ ਲੱਗਦਾ, ਚੰਚਲ ਤੇ ਰੇਨੂ ਵੀ ਸ਼ਰਮੋ ਸ਼ਰਮੀ ਹੱਥ ਪੱਲਾ ਹਿਲਾਉਂਦੀਆਂ। ਪਹਿਲੇ ਜਿਵੇਂ ਕਦੇ ਉਹਨਾਂ ਨੂੰ ਖਿਆਲ ਹੀ ਨਹੀਂ ਸੀ ਆਇਆ ਕਿ ਸਾਰਾ ਕੰਮ ਮੀਰਾ ਹੀ ਕਰਦੀ ਹੈ। ਇੱਕ ਦਿਨ ਕਾਲਜ ਦੇ ਦਿਨਾਂ ਦੀ ਚੰਚਲ ਹੋਰਾਂ ਦੀ ਇੱਕ ਸਹੇਲੀ ਆ ਗਈ। ਅਮਰ ਤੇ ਪਾਲ 2 ਕੁ ਪਲ ਉੱਥੇ ਬੈਠ ਕੇ ਉੱਠ ਕੇ ਅੰਦਰਲੇ ਕਮਰੇ 'ਚ ਜਿੱਥੇ ਮੀਰਾ ਕੁਝ ਸਿਉਂ ਰਹੀ ਸੀ ਆ ਬੈਠੇ। ਮੀਰਾ ਲਈ ਵੀ ਬੰਦਾ ਮੈਨੂੰ ਹੀ ਲੱਭਣਾ ਪੈਣਾ ਹੈ, ਅਮਰ ਨੇ ਸ਼ਰਾਰਤ ਨਾਲ ਆਖਿਆ। ਮੀਰਾ ਲਾਜਵੰਤੀ ਵਾਂਗ ਇਕੱਠੀ ਹੁੰਦੀ ਜਾਵੇ, ਜਿਵੇਂ ਅਮਰ ਨੇ ਉਹਨੂੰ ਖਬਰੇ ਕੀ ਊਟ ਪਟਾਂਗ ਆਖ ਦਿੱਤਾ ਸੀ। ਮੈਂ ਮਾਰਨਾ ਹੈ ਤੈਨੂੰ, ਮਖੌਲ ਕਰਦਾ। ਉਂਝ ਤਾਂ ਸਾਲਾ ਖੁਸ਼ਕਿਸਮਤ ਹੋਊ, ਅਮਰ ਛੇੜਨ ਲਈ ਬੋਲਿਆ। ਸ਼ਰਮ ਨਹੀਂ ਆਉਂਦੀ ਅਮਰ, ਕੀ ਬੋਲੀ ਜਾਂਦਾ? ਮੀਰਾ ਨੇ ਆਪਣੇ ਜਾਣੇ ਗੁੱਸੇ ਵਾਲਾ ਮੂੰਹ ਬਣਾ ਕੇ ਆਖਿਆ। ਮੀਰਾ, ਇਹਦੀਆਂ ਗੱਲਾਂ 'ਚ ਨਾ ਆ ਜਾਈਂ, ਤੇਰਾ ਕੰਮ ਮੈਂ ਕਰੂੰ, ਪਾਲ ਆਖਣ ਲੱਗਿਆ। ਕੀ ਕੰਮ? ਚੰਚਲ ਨੇ ਅੰਦਰ ਆਉਂਦਿਆਂ ਹੀ ਪੁੱਛਿਆ। ਹੈ ਕੋਈ ਸਾਡਾ ਪ੍ਰਾਈਵੇਟ, ਤੈਨੂੰ ਕੀ? ਚੰਚਲ ਨੇ ਸਾਰਿਆਂ ਦੇ ਮੂੰਹਾਂ ਵੱਲ ਵਾਰੀ-ਵਾਰੀ ਦੇਖਿਆ ਤੇ ਮੀਰਾ ਨੂੰ ਚਾਹ ਬਣਾਉਣ ਲਈ ਆਖ ਕੇ ਪਰਤ ਗਈ। ਉਸ ਦਿਨ ਚੰਚਲ ਨੇ ਰੇਨੂ ਨੂੰ ਪਤਾ ਨਹੀਂ ਕੀ ਆਖਿਆ। ਅਗਲੇ ਦਿਨ ਚੰਚਲ ਤੇ ਰੇਨੂ ਸਮਾਨ ਤਿਆਰ ਕਰੀ ਆਪਣੇ ਮਾਲਕਾਂ ਨੂੰ ਮਨਾਈ ਜਾਣ ਲਈ ਤਿਆਰ ਬੈਠੀਆਂ ਸੀ। ਮਾਂ ਨੂੰ ਉਹਨਾਂ ਇੰਨਾ ਹੀ ਦੱਸਿਆ, ਇੱਥੇ ਤਾਂ ਬੜੀ ਗਰਮੀ ਹੈ, ਬਾਕੀ ਦੀ ਛੁੱਟੀ ਅਸੀਂ ਕਿਸੇ ਪਹਾੜ ਤੇ ਕੱਟਣ ਦੀ ਸਲਾਹ ਬਣਾ ਲਈ ਹੈ। ਮੇਰਾ ਤੂੰ ਵੀ ਸਕੂਲੋਂ ਕੁਝ ਦਿਨਾਂ ਦੀ ਛੁੱਟੀ ਲੈ ਕੇ ਨਾਲ ਚੱਲ, ਅਮਰ ਨੇ ਆਖਿਆ। ਰਾਮ ਕਹੋ, ਇਹ ਤਾਂ ਮਰ ਕੇ ਵੀ ਛੁੱਟੀ ਨਾ ਲਵੇ, ਮੀਰਾ ਦੀ ਥਾਂ ਚੰਚਲ ਨੇ ਜਵਾਬ ਦਿੱਤਾ। ਉਹ ਸਭ ਚਲੇ ਗਏ। ਉਹ ਸਾੜੀਆਂ ਜਿਹੜੀਆਂ ਪਾਲ ਨੇ ਲਿਆਂਦੀਆਂ ਸੀ, ਮੈਨੂੰ ਫੜਾ ਛੱਡ, 100 ਤੇ ਤਿਉਹਾਰ ਤੇ ਕੁੜੀਆਂ ਨੂੰ ਦਿੱਤੀਆਂ ਜਾਣਗੀਆਂ, ਮਾਂ ਨੇ ਮੀਰਾ ਨੂੰ ਆਖਿਆ। ਪਹਿਲੀ ਵਾਰੀ ਮੀਰਾ ਦਾ ਮਾਂ ਨੂੰ ਪੁੱਛਣ ਤੇ ਦਿਲ ਕੀਤਾ, ਮੈਂ ਕੁੜੀ ਨਹੀਂ? ਧੰਨਵਾਦ।